Good morning, students. I am Vishki Verma from Government Girls Senior Secondary School ਮਹਿਰਾਜ। ਪਿਆਰੇ ਬੱਚਿਓ, ਆਪਾਂ ਆਪਣੇ ਪਿਛਲੇ ਜਿਹੜੇ ਸੈਸ਼ਨ ਸੀਗੇ, ਮੈਂ ਆਪਣੇ ਪਿਛਲੇ ਲੈਕਚਰਸ ਦੇ ਵਿੱਚ ਤੁਹਾਨੂੰ 11th ਕਲਾਸ ਦੇ ਬੱਚਿਆਂ ਨੂੰ ਲੈਸਨ ਨੰਬਰ 3 ਕੌਨਸਟੈਂਟਸ ਵੇਰੀਏਬਲਸ ਤੇ ਡੈਟਾ ਟਾਈਪਸ ਬਾਰੇ ਡਿਟੇਲ ਦੇ ਵਿੱਚ ਸਮਝਾਇਆ ਸੀ। ਇਹਨਾਂ ਦੇ ਆਪਾਂ ਪ੍ਰੋਗਰਾਮਸ ਵੀ ਕੀਤੇ ਸੀ। ਹੋਪ ਹੈ ਕਿ ਤੁਹਾਨੂੰ ਮੇਰਾ ਉਹ ਲੈਕਚਰ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਅੱਜ ਆਪਾਂ ਇਸ ਜਿਹੜਾ ਲੈਸਨ ਹੈ, ਲੈਸਨ ਨੰਬਰ 3 ਆਪਣਾ, ਉਹਦੀ ਆਪਾਂ ਬੈਕ ਐਕਸਰਸਾਈਜ਼ ਡਿਸਕਸ ਕਰਾਂਗੇ। ਇਸ ਲੈਸਨ ਦੀ ਜਿਹੜੀ ਬੈਕ ਐਕਸਰਸਾਈਜ਼ ਦੇ ਇਸ ਪਾਰਟ ਦੇ ਵਿੱਚ ਆਪਾਂ ਸਿਰਫ ਇਹਦੇ ਫਸਟ ਅਤੇ ਸੈਕਿੰਡ ਪਾਰਟ ਡਿਸਕਸ ਕਰਾਂਗੇ। ਜਿਹੜਾ ਇਹਦਾ ਪਾਰਟ ਨੰਬਰ 3 ਹੈ ਉਹ ਆਪਾਂ ਨੈਕਸਟ ਸੈਸ਼ਨ ਦੇ ਵਿੱਚ ਡਿਸਕਸ ਕਰਾਂਗੇ। ਠੀਕ ਹੈ, ਤਾਂ ਜਿਹੜੀ ਬੈਕ ਐਕਸਰਸਾਈਜ਼ ਹੈ ਉਹਦਾ ਪਹਿਲਾ ਪਾਰਟ ਹੈ ਮਲਟੀਪਲ ਚੋਇਸ ਕੁਐਸਚਨ, ਬਹੁ ਪਸੰਦੀ ਪ੍ਰਸ਼ਨ। ਕੁਐਸਚਨ ਨੰਬਰ 1 MCQ ਹੈ ਆਪਣੀ। ਠੀਕ ਹੈ, ਤਾਂ ਇਹਨਾਂ ਵਿੱਚੋਂ ਜਿਹੜਾ ਫਸਟ ਹੈਗਾ ਆਪਣਾ ਕਿ ਇਹਨਾਂ ਵਿੱਚੋਂ ਕਿਹੜਾ ਸੀ ਭਾਸ਼ਾ ਵਿੱਚ ਇੱਕ ਕੇਕ ਡਾਟਾ ਟਾਈਪ ਨਹੀਂ ਹੁੰਦਾ। ਆਪਾਂ ਨੂੰ ਆਪਸ਼ਨਸ ਇਹ ਦਿੱਤੀਆਂ ਹੋਈਆਂ। A ਆਪਸ਼ਨ ਦਿੱਤੀ ਹੋਈ ਹੈ ਕੈਰਨ, B ਆਪਸ਼ਨ ਦਿੱਤੀ ਹੈ ਫਲੋਟ, C ਆਪਸ਼ਨ ਦਿੱਤੀ ਹੈ ਲੌਂਗ, D ਡਬਲ। ਤਾਂ ਬੇਟਾ ਦੇਖੋ, ਇਹਦੇ ਵਿੱਚੋਂ ਆਪਾਂ ਸਾਰੀਆਂ ਡਾਟਾ ਟਾਈਪਸ ਨੂੰ ਡਿਟੇਲ 'ਚ ਪੜ੍ਹਿਆ, ਤਾਂ ਤੁਹਾਡੇ ਅਕੋਰਡਿੰਗ ਤੁਸੀਂ ਦੱਸੋਗੇ। ਪਹਿਲਾਂ ਸੋਚੋ ਵੀ ਕਿਹੜਾ ਆਪਣੇ ਕੋਲ ਸਹੀ ਡਾਟਾ ਟਾਈਪ ਨਹੀਂ ਹੈ। ਦਿਸ ਵਨ, ਇਹ ਆਪਣੇ ਕੋਲ ਸਹੀ ਡਾਟਾ ਟਾਈਪ ਨਹੀਂ ਹੈ। ਆਪਣੇ ਕੋਲ ਸਿਰਫ ਕੈਰ ਹੁੰਦਾ। ਇਹਦੇ ਵਿੱਚ ਇੱਕ ਤਾਂ ਕੈਪੀਟਲ C ਪਾਈ ਹੋਈ ਹੈ ਇਹਨਾਂ ਨੇ, ਤਾਂ ਵੀ ਰੋਂਗ ਹੈ, ਨਾਲ N ਵੀ ਦਿੱਤਾ ਹੋਇਆ ਤਾਂ ਵੀ ਰੋਂਗ ਹੈ। ਤਾਂ ਇਹ ਵਾਲਾ ਡਾਟਾ ਟਾਈਪ ਇਜ਼ ਨਾਟ ਅ ਵੈਲਿਡ ਡਾਟਾ ਟਾਈਪ। ਨੰਬਰ 2, ਇਹਨਾਂ ਵਿੱਚੋਂ ਕਿਹੜਾ ਅਰਥਮੈਟਿਕ ਆਪਰੇਟਰ ਨਹੀਂ ਹੈ। ਆਪਾਂ ਨੂੰ ਆਪਸ਼ਨ ਦਿੱਤੇ ਆ, A ਦਿੱਤਾ ਹੋਇਆ ਪਲੱਸ, B ਐਂਡ, C ਮੋਡ ਐਂਡ D ਸਟਾਰ। ਠੀਕ ਹੈ, ਤਾਂ ਹੁਣ ਆਪਾਂ ਅਰਥਮੈਟਿਕ ਆਪਰੇਟਰਸ ਪੜ੍ਹੇ ਸੀ। ਅਰਥਮੈਟਿਕ ਆਪਰੇਟਰ ਕੀ ਹੁੰਦੇ ਆ ਬੇਟਾ? ਅਰਥਮੈਟਿਕ ਜਿਹੜੇ ਆਪਰੇਟਰ ਹੁੰਦੇ ਆ ਉਹ ਸਿਰਫ ਇੰਟੈਗਰਲ ਵੈਲਿਊ 'ਤੇ ਜਾਂ ਫਲੋਟ ਵੈਲਿਊ 'ਤੇ ਹੀ ਅਪਲਾਈ ਹੁੰਦੇ ਆ। ਠੀਕ ਹੈ, ਅਤੇ ਇਹ 5 ਤਰ੍ਹਾਂ ਦੇ ਹੁੰਦੇ ਆ: ਮਲਟੀਪਲਾਈ, ਡਿਵਾਈਡ, ਮੋਡਲਸ, ਪਲੱਸ ਅਤੇ ਮਾਈਨਸ। ਤਾਂ ਇਹਨਾਂ ਵਿੱਚੋਂ ਤੁਸੀਂ ਦੇਖੋ, ਪਲੱਸ ਵੀ ਇਹ ਅਰਥਮੈਟਿਕ ਆਪਰੇਟਰ ਹੈ। ਐਂਡ ਆਪਰੇਟਰ ਸਾਡਾ ਅਰਥਮੈਟਿਕ ਨਹੀਂ ਹੈ, ਇਹ ਸਾਡਾ ਲੌਜੀਕਲ ਆਪਰੇਟਰ ਆ ਜਾਂਦਾ, ਇੱਕ ਤਰ੍ਹਾਂ ਦਾ ਐਡਰੈਸ ਆਪਰੇਟਰ ਹੈ। ਤਾਂ ਜਿਹੜਾ ਮੋਡ ਹੈ ਇਹ ਸਾਡੇ ਕੋਲ ਅਰਥਮੈਟਿਕ ਆਪਰੇਟਰ ਹੈ। ਇਹ ਜਦੋਂ ਆਪਰੇਟਰ ਅਸੀਂ 2 ਨੰਬਰਸ 'ਤੇ ਲਗਾਉਂਦੇ ਹਾਂ ਤਾਂ ਰਿਮਾਈਂਡਰ ਸ਼ੋ ਕਰਦਾ ਹੈ। ਇਹ ਮਲਟੀਪਲਾਈ ਹੈ। ਤਾਂ ਸਾਡਾ ਵੈਲਿਡ ਆਂਸਰ ਕੀ ਹੋਏਗਾ? ਐਂਡ ਇਜ਼ ਨਾਟ ਅਰਥਮੈਟਿਕ ਆਪਰੇਟਰ। ਨੈਕਸਟ ਇਜ਼, ਇਹਨਾਂ ਵਿੱਚੋਂ ਕਿਹੜਾ ਟਾਈਪ ਇੰਟ ਦਾ ਸਹੀ ਪੂਰਨ ਅੰਕ ਨਹੀਂ ਹੈ? ਆਪਾਂ ਨੂੰ ਆਪਸ਼ਨ ਦਿੱਤੇ ਹੈ A 3750, B 32800 and C -32767 and D is 0। ਠੀਕ ਹੈ, ਹੁਣ ਤੁਹਾਨੂੰ ਪਤਾ ਹੋਊਗਾ ਕਿ ਜਿਹੜੀ ਆਪਣੀ ਇੰਟੀਜਰ ਦੀ ਰੇਂਜ ਹੁੰਦੀ ਹੈ ਸਾਰੇ ਬੱਚਿਆਂ ਨੂੰ ਕਿ ਉਹ ਕਿੰਨੀ ਹੁੰਦੀ ਹੈ। ਇੰਟੀਜਰ ਦੀ ਜੋ ਰੇਂਜ ਹੁੰਦੀ ਹੈ ਸਾਡੇ ਕੋਲ ਹੁੰਦੀ ਹੈ -32768 32767 ਤੱਕ ਹੁੰਦੀ ਹੈ। ਤਾਂ ਇਹਨਾਂ ਵਿੱਚੋਂ ਤੁਸੀਂ ਦੇਖੋ ਕਿਹੜਾ ਨੰਬਰ ਇਸ ਰੇਂਜ ਦੇ ਵਿੱਚ ਨਹੀਂ ਹੈ। ਇਹ ਨੰਬਰ ਇਸ ਰੇਂਜ 'ਚ ਹੈਗਾ। ਠੀਕ ਹੈ, ਇਹ ਨੰਬਰ ਆਊਟ ਆਫ ਰੇਂਜ ਲੱਗਦਾ ਕਿਉਂਕਿ 32800 ਪਲੱਸ ਦਾ। ਪਰ ਆਪਣੇ ਕੋਲ ਜਿਹੜੀ ਰੇਂਜ ਹੁੰਦੀ ਹੈ 32767 ਲਾਸਟ ਨੰਬਰ ਹੈ ਜਿਹੜਾ ਕਿ ਅਸੀਂ ਇੰਟੀਜਰ ਵੈਲਿਊ 'ਚ ਲੈ ਸਕਦੇ ਹਾਂ। ਤਾਂ ਸਾਡੇ ਕੋਲ ਜਿਹੜਾ ਰੋਂਗ ਆਨਸਰ ਆਏਗਾ, ਰਾਈਟ ਆਨਸਰ ਹੈਗਾ ਇਹ ਹੈ ਕਿ ਇਹ ਵਾਲਾ ਨੰਬਰ ਹੈ ਜਿਹੜਾ ਆਊਟ ਆਫ ਰੇਂਜ ਆ ਰਿਹਾ ਆਪਣਾ, ਤਾਂ ਇਹ ਇਹਦਾ ਪੂਰਨ ਅੰਕ ਨਹੀਂ ਹੈ। ਠੀਕ ਹੈ, ਨੰਬਰ 4 ਇਜ਼ C ਵਿੱਚ ਇੰਟ ਦਾ ਪਰਿਵਰਤਨ ਰੇਂਜ ਮੁੱਲ ਕੀ ਲੈਂਦਾ ਹੈ? ਇਹ ਤੁਹਾਨੂੰ ਮੈਂ ਆਲਰੇਡੀ ਹੁਣ ਸਮਝਾ ਚੁੱਕੀ ਹਾਂ ਤੀਜੇ 'ਚ ਹੀ। ਇਹਦੀ ਆਪਾਂ ਨੂੰ ਜਿਹੜੀ ਰੇਂਜ ਦਿੱਤੀ ਹੋਈ ਹੈ 0232767, 0235535, -32768 to 32767। ਆਲਰੇਡੀ ਮੈਂ ਤੁਹਾਨੂੰ ਇੱਥੇ ਲਿਖ ਕੇ ਦਿਖਾਈ ਹੈ ਰੇਂਜ। ਐਂਡ ਡੀ ਆਪਸ਼ਨ ਇਜ਼ 32767 to 32768। ਤਾਂ ਅਕੋਰਡਿੰਗ ਟੂ ਦਿਸ ਆਪਣੇ ਕੋਲ ਇਹਦਾ ਰਾਈਟ ਆਨਸਰ ਆਏਗਾ C -32768 to 32767। ਠੀਕ ਹੈ, 5th ਹੈ ਆਪਣਾ, ਇਹਨਾਂ ਵਿੱਚੋਂ ਕਿਹੜਾ C ਭਾਸ਼ਾ ਵਿੱਚ ਰਾਖਵਾਂ ਸ਼ਬਦ ਨਹੀਂ ਹੈ? ਸ਼ਬਦ ਕੀ ਮਤਲਬ ਹੁੰਦੇ ਆ ਬੇਟਾ? ਆਪਣੇ ਕੋਲ ਕੀਵਰਡਸ ਆਪਾਂ ਪੜ੍ਹੇ ਸੀ, ਕੁਛ ਕੁ ਕੀਵਰਡਸ ਹੁੰਦੇ ਆ। ਉਹ ਕੀਵਰਡਸ ਦੀ ਡਿਟੇਲਸ ਦੇ ਵਿੱਚ ਤੁਸੀਂ ਦੇਖੋ ਕਿ ਇਹਨਾਂ ਦੇ ਵਿੱਚੋਂ ਕਿਹੜਾ ਕੀਵਰਡ ਵੈਲਿਡ ਨਹੀਂ ਹੈ। ਆਪਾਂ ਨੂੰ ਆਪਸ਼ਨਸ ਦਿੱਤੀਆਂ ਹੋਈਆਂ A4, B ਆਪਸ਼ਨ ਦਿੱਤੀ ਹੈ ਆਪਾਂ ਨੂੰ ਗੋ ਟੂ, C ਆਪਸ਼ਨ ਦਿੱਤੀ ਹੈ ਡੂ ਐਂਡ D ਆਪਸ਼ਨ ਦਿੱਤੀ ਹੈ ਸਵਿਚ। ਤਾਂ ਇਹਨਾਂ ਵਿੱਚੋਂ ਵੈਲਿਡ ਜਿਹੜਾ ਨਹੀਂ ਹੈਗਾ ਉਹ ਡੂ ਹੈ। ਡੂ ਆਪਣੇ ਕੋਲ ਕੀਵਰਡ ਤਾਂ ਹੁੰਦਾ ਹੈ, ਬਟ ਉਹ ਡੂ ਕੀ ਹੁੰਦਾ? DO, ਡੂ ਇਸ ਤਰ੍ਹਾਂ ਲਿਖਦੇ ਆ ਉਹਨੂੰ, ਅਤੇ DOO ਡੂ ਹੈ। ਤਾਂ ਇਟ ਇਜ਼ ਨਾਟ ਅ ਵੈਲਿਡ ਕੀਵਰਡ। ਤਾਂ ਡੂ ਇਜ਼ ਅ ਕਰੈਕਟ ਆਂਸਰ। ਇੱਕ ਆਪਣਾ ਕੁਐਸਚਨ ਵਿੱਚ ਰਹਿ ਗਿਆ ਸੀ ਪੁਆਇੰਟ ਨੰਬਰ 3
ऑपरेटर मॉडुलस ਨੂੰ ਲਾਗੂ ਕੀਤਾ ਜਾ ਸਕਦਾ ਹੈ। ਆਪਣੇ ਕੋਲ ਆਪਸ਼ਨਲ ਮॉडुलस ऑपरेटर ਹੈ ਜਿਹੜਾ, ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਇਹ ਰਿਮਾइंडर ਲੈਂਦਾ। ਜਿਵੇਂ 5 mod 3 ਲਿਖਿਆ ਆਪਾਂ, ਤਾਂ 5 ਨੂੰ ਤੁਸੀਂ ਜਦੋਂ 3 ਨਾਲ ਡਿਵਾਈਡ ਕਰੋਗੇ ਤਾਂ रिमाइंडर कितना आएगा 2। ਤਾਂ ਆਪਣਾ ਆਨਸਰ ਕਿੰਨਾ ਆਏਗਾ 2। ਤਾਂ ਮੋਡ ਆਪਰੇਟਰ ਨੇ रिमाइंडर ਚੱਕਣਾ ਆਪਣਾ, ਠੀਕ ਹੈ। ਤਾਂ ਹੁਣ ਇਹ ਕੀ ਕਹਿ ਰਿਹਾ ਕਿ ਕਿਹੜੀਆਂ ਵੈਲਿਊਜ਼ ਦੇ ਉੱਪਰ ਮੋਡ ਨੂੰ ਅਪਲਾਈ ਕੀਤਾ ਜਾਂਦਾ ਹੈ, ਤਾਂ ਇਹਦਾ ਆਨਸਰ ਆਏਗਾ ਸਿਰਫ ਇੰਟੈਗਰਲ ਵੈਲਿਊ। ਆਪਸ਼ਨ ਇਜ਼ ਸੀ, ਇੰਟੈਗਰਲ ਵੈਲਿਊਜ਼। ਓਕੇ, ਇੰਟੈਗਰਲ ਵੈਲਿਊਜ਼ ਦੇ ਉੱਤੇ ਆਪਾਂ ਆਪਣਾ ਇਹ ਅਪਲਾਈ ਕਰ ਸਕਦੇ ਹਾਂ। ਸਿਰਫ ਮੋਡ ਆਪਰੇਟਰ ਹੈ ਜਿਹੜਾ ਇੰਟੀਜਰਲ ਵੈਲਿਊਜ਼ ਜਿਹੜੀਆਂ ਤੁਹਾਡੀਆਂ ਬਿਨਾਂ ਡੈਸੀਮਲ ਪੁਆਇੰਟਸ ਵਾਲੀਆਂ ਵੈਲਿਊਜ਼ ਹੋਣਗੀਆਂ, ਸਿਰਫ ਉਹਨਾਂ 'ਤੇ ਹੀ ਇਹ ਕੰਮ ਕਰੇਗਾ। नेक्स्ट है 7th, अपने को एक्सप्रैशन दिता है 5/6/3 + 8/3 ਦੀ ਆਪਾਂ ਨੂੰ ਵੈਲਿਊ ਪਤਾ ਕਰਨੀ ਹੈ ਕਿੰਨੀ ਆਏਗੀ। ਓਕੇ, ਤਾਂ ਆਪਾਂ ਨੂੰ ਆਪਸ਼ਨ सी ਦਿੱਤੀ ਹੋਈ ਹੈ 4, बी ਦਿੱਤੀ ਹੈ 4, सी ਦਿੱਤੀ ਹੈ 2.333 ਅਪਰੋਕਸੀमेट, ਐਂਡ डी ਦਿੱਤੀ ਹੈ ਆਪਾਂ ਨੂੰ ਨਨ ਆਫ ਦੀਸ। बेटा तुसी देखो हुण इहदे विचों तुहानूं मैं एक्सप्रैशन भी डिटेल दे विच सॉल्व करना सिखाया कि 5 डिवाइडेड बाय 6 है, ठीक है। ये रकम छोटी है अपनी 5, 6 वड्डा है, तो ये किवें एक्सप्रैशन सॉल्व होगा। 5 डिवाइडेड बाय 6 0, 0 डिवाइडेड बाय 3 0 प्लस 8 डिवाइडेड बाय 3, तो अपने को क्वेश्चन कितना आंदा है 2 पॉइंट समथिंग 333 इस तरह। तो अपने को जो वैलिड आंसर आएगा अपने को सी ऑप्शन है। नोट डाउन। हाँ जी बच्चे, अपना जो नेक्स्ट क्वेश्चन है 8, इस देखो इन्हां विचों किहड़े सी टोकन नहीं होंदे, नॉट अ सी टोकन। ऑप्शंस आर कीवर्ड्स, नंबर ऑप्शन इज बी कॉन्स्टेंट्स, then operators, all of these। तो इन्हां विचों जिहड़े साडे ऑपरेटर्स है वो साडे टोकन्स नहीं होंदे, ठीक है जी। नैक्सट इन्हां विचों किहड़े सी कीवर्ड नहीं होंदे। नैक्सट 9th है कॉन्स्ट, नंबर बी मेन, सी साइज ऑफ, डी वाइड। देखो बेटा इन्हां विचों किहड़ा कीवर्ड नहीं है अपने को। कॉन्स्ट भी कीवर्ड है, साइज ऑफ भी कीवर्ड है, वॉइड भी कीवर्ड है, बट मेन इज़ नॉट अ कीवर्ड, इट इज़ अ फंक्शन। तो मेन साडे कोल कीवर्ड नहीं है, फंक्शन है। ओके, 10th लास्ट सी विच दोहरे अर्थमैटिक ऑपरेटरां की गिनती कितनी होंदी है। अपने कोल ए हैगा 5, बी 4, सी 6, डी 7। तो मैं दस चुकी है कि अर्थमैटिक ऑपरेटर 5 तरह के होंगे, प्लस माइनस मल्टीप्लाई डिवाइड ते मॉडुलस। तो ये किन्ने आएंगे अर्थमैटिक ऑपरेटर साडे कोल की है 5। तो बेटा ये फर्स्ट पार्ट सी तुहाडा एक्सरसाइज ऑफ द लैसन 3rd कॉन्स्टेंट्स वेरीएबल्स एंड डेटा टाइप्स का फर्स्ट पार्ट मल्टीपल चॉइस क्वेश्चंस। हुण आपां सैकेंड पार्ट डिस्कस कर रहे हैं। इन्हां विचों किहड़े गलत वेरीएबल नाम हैं अते क्यों। ऑप्शन आपां नूं दित्ते होए है। नंबर 1 इज़ रोल नंबर, बी इज़ इंटरेस्ट पेड,
C is some, D is none of these. बेटा देखो ਆਪਾਂ ਨੂੰ ਚਾਰ ਆਪਸ਼ਨਸ ਦਿੱਤੀਆਂ ਜਦੋਂ ਵੇਰੀਏਬਲ ਨੇਮ ਆਪਾਂ ਦੇਖਣਾ ਹੋਵੇ ਵੀ ਕਿਹੜਾ ਵੈਲਿਡ ਹੈ ਕਿਹੜਾ ਨਹੀਂ ਜਸਟ ਰਿਕਾਲ ਇਨ ਮੈਮਰੀ ਯੂਅਰ ਵੇਰੀਏਬਲ ਨੇਮ ਰੂਲਸ ਉਹਦੇ ਵਿੱਚ ਕੀ ਹੈ ਆਪਾਂ ਪੜ੍ਹਿਆ ਸੀ ਕਿ ਵੇਰੀਏਬਲ ਦਾ ਨਾਮ ਹੈ ਜੋ ਇੱਕ ਡਿਜਿਟ ਤੋਂ ਸਟਾਰਟ ਨਹੀਂ ਹੋਣਾ ਚਾਹੀਦਾ ਕਿਸੇ ਸਪੈਸ਼ਲ ਸਿੰਬਲ ਤੋਂ ਸਟਾਰਟ ਨਹੀਂ ਹੋਣਾ ਚਾਹੀਦਾ ਇਟ ਮੇ ਬੀ ਸਟਾਰਟ ਫਰੋਮ ਐਲਫਾਬੈਟ ਤੋਂ ਸਟਾਰਟ ਹੋ ਸਕਦਾ ਹੈ ਜਾਂ ਫਿਰ ਇੱਕ ਸਪੈਸ਼ਲ ਸਿੰਬਲ ਅੰਡਰਸਕੋਰ ਹੁੰਦਾ ਉਹਦੇ ਤੋਂ ਸਟਾਰਟ ਹੋ ਸਕਦਾ ਹੈ ਠੀਕ ਹੈ ਨਾ ਹੀ ਕੋਈ ਸਪੇਸ ਨਾ ਹੀ ਕੋਈ ਸਪੈਸ਼ਲ ਸਿੰਬਲ ਆਪਾਂ ਇਸ 'ਚ ਯੂਜ਼ ਕਰ ਸਕਦੇ ਹਾਂ ਹੁਣ ਫਸਟ ਆਪਸ਼ਨ 'ਚ ਸਾਡੇ ਕੋਲ ਰੋਲ ਹਾਈਫਨ ਦਿੱਤਾ ਹੋਇਆ ਨੰਬਰ ਤਾਂ ਮੈਨੂੰ ਇਹ ਲੱਗਦਾ ਕਿ ਇਹ ਸਟੇਟਮੈਂਟ ਰੋਂਗ ਹੈ ਆਪਣੀ ਅੱਗੇ ਦੇਖ ਲਓ ਇੰਟਰਸਟ ਅੰਡਰਸਕੋਰ ਪੇਡ ਇਟ ਇਜ਼ ਕਰੈਕਟ ਐਲਫਾਬੈਟ ਤੋਂ ਸਟਾਰਟ ਹੋ ਰਿਹਾ ਸਮ ਇਹ ਵੀ ਕਰੈਕਟ ਹੈ ਨਨ ਆਫ ਥੀਸ ਤਾਂ ਇਹਦੇ 'ਚ ਕੀ ਹੈ ਸਾਡੇ ਕੋਲ ਆਨਸਰ ਆਏਗਾ ਰੋਲ ਨੰਬਰ ਬਿਕੋਜ਼ ਇਹਦੇ ਵਿੱਚ ਹਾਈਫਨ ਯੂਜ਼ ਕੀਤਾ ਹੋਇਆ ਠੀਕ ਹੈ ਇਹ ਫਸਟ ਕੁਐਸਚਨ ਸੀ ਸੈਕਿੰਡ ਪਾਰਟ ਦਾ ਹੁਣ ਆਪਾਂ ਸੈਕਿੰਡ ਕੁਐਸਚਨ ਡਿਸਕਸ ਕਰਦੇ ਹਾਂ ਆਪਾਂ ਨੂੰ ਇੱਕ ਛੋਟਾ ਜਿਹਾ ਪ੍ਰੋਗਰਾਮ ਦਿੱਤਾ ਹੋਇਆ ਇਨ ਟੈਕਸ x ਦੀ ਵੈਲਿਊ ਦਿੱਤੀ 11 ਦੈਨ ਦਿੱਤੀ 12 ਦੈਨ ਦਿੱਤੀ 13 ਤੇ ਪ੍ਰਿੰਟ ਆਪਾਂ ਕਿੰਨੂੰ ਕਰਵਾ ਰਹੇ ਹਾਂ x ਨੂੰ 3 ਵਾਰ ਪ੍ਰਿੰਟ ਕਰਵਾ ਰਹੇ ਹਾਂ ठीक है जो असी इन टैक्स लिया तो एक्स ने मैमरी दे विच स्पेस क्रिएट कर दी एक्स नूं कितनी वैल्यू मिली 11 पहला 11 चलेगी फिर नैक्सट एक्स नूं उसे एक्स नूं कितनी वैल्यू मिल गई 12 फिर एक्स नूं कितनी वैल्यू मिल गई 13 तो असी प्रिंट की करवाया हुण एक्स नूं 3 बार तो एक्स की करूँगा इस तरह 3 बार ये वैल्यू नहीं चकूगा उन्हें मैमरी च देखनी है कि लास्ट वैल्यू एक्स की कितनी स्टोर हुई सी 13 तो कितनी प्रिंट होएगी 13 नेक्स्ट है अपने को थर्ड क्वेश्चन b इज इक्वल टू 4 c इज इक्वल टू a प्लस b देखो बेटा इतने साढ़े को 3 वेरीएबल्स ले है a b c बी नूं वैल्यू कितनी दिती हुई है 4 सी दे विच की किता होया ए ते बी नूं ऐड किता होया बट ए कोल तो कोई वैल्यू ही नहीं बी कोल 4 हैगी है जो किसी वेरीएबल कोल वैल्यू नहीं ठीक है बट ऑपरेशन च यूज़ की हुई है तो गारबेज वैल्यू आ जाती है मतलब एनी वेस्ट वैल्यू इन द मैमरी सॉरी मैमरी दे विच कोई भी वेस्ट वैल्यू पई है अपने कोले ठीक है तो उसने की करना है जो ऑपरेशन दे विच कोई वैल्यू यूज़ होगी तो ऑपरेशन दे विच वो वैल्यू नूं की करूँगा गारबेज वैल्यू ले लूँगा मैमरी दे विच कोई भी वैल्यू एनी वैल्यू जो भी है वो वेरीएबल ने चक लेनी है तो फिर जो इसका रिजल्ट होगा वो गारबेज वैल्यू ही कोई प्रिंट होके आएगी तो आंसर क्या आएगा अपना एनी गारबेज वैल्यू फ्रॉम द मैमरी ओके नैक्सट अपने को सैकेंड पार्ट का फोर्थ क्वेश्चन है अपन पूछे कि इन्होंने प्रोग्रामों का रिजल्ट की आएगा वॉइड मेन printf %d b ठीक है इसका रिजल्ट किमें देखना आप कहोगे कि b प्रिंट हो रहा जी b प्रिंट हो जाएगा इट इज़ रॉन्ग देखो बी एक करैक्टर कॉन्सटेंट बन गया क्योंकि इनू कि लिखा होया सिंगल इन्वर्टेड कॉमिया च हरेक करैक्टर कॉन्सटेंट की कोई ना कोई नुमैरिक वैल्यू होंगी है वो सानू कित्थों पता लगता है साडी बुक के पिछे स्काई चार्ट दिता होया देखो बच्चों साडी बुक के पिछे दिता होया स्काई चार्ट तुसी इस चार्ट नू देख के तुसी इहदी स्काई वैल्यू नू देख लेना स्काई चार्ट तुहानू इत्थे दिता होया ठीक है तुसी इहदी वैल्यूज़ जिहड़ियां स्काई वैल्यूज़ है तुसी देख लैनी है कैपिटल ए दी जिहड़ी स्टार्ट हुंदी है 65 तो ते अप टू ये जाती रहती है जिवें कैपिटल ए दी 65 है तो कैपिटल बी दी कितनी होएगी 66 तो स्मॉल ए दी जिहड़ी स्टार्ट हुंदी है 97 तो
तो हुण ये बी है साडे कोल करैक्टर कॉन्सटेंट, तो बी की जिहड़ी वैल्यू होएगी वो कितनी होएगी 66 अपने कोल आंसर है। ठीक है राजे। 5th क्वेश्चन इज void main int x is equal to 1 2 4 5 6 8 printf %d3 f x। ठीक है, तो तुसी देखो सॉरी इत्थे इत्थे फ्लोट आएगा बिकॉज फ्लोट की वैल्यू है ना। देखो अपने को वैल्यू x दी हुई है 12.4568। ठीक है, असी प्रिंट की करवा रहे हैं %3 का मतलब की है कि f तो आप फॉर्मेट स्पैसीफिकेशन लगाई हुई है क्योंकि अपनी फ्लोट की वैल्यू सी तो असी f लगाया। 3 की है कि जेडे डेसीमल तो बाद एक किन्ने अपने डिजिट्स लवे 3 डिजिट्स। देखो जी लास्ट डिजिट है वो राउंड फिगर करनी है, कदों करनी है कि जो अपना जोड़ा उस तो अगे वाला डिजिट है 5 तो उपर होवे तो यह राउंड फिगर 7 हो जाएगी, जो 5 तो घट होए तो वही रहेगी। तो यदा जो आंसर आएगा 1 2 4 5 6 की जगह की हो जाएगा 7। ठीक है ना जी। अगे जेकर कोई प्रोग्राम दे विच कोई गलती है तो लभो। नंबर 3 void main प्रोग्राम आपां नूं दिता है फ्लोट ए बी ए कॉमा बी printf enter value of a वैल्यू एंटर की है तो वो वैल्यू जी एंटर करवानी है वो किन्ने करवानी है अपने स्कैनर फंक्शन ने %d %a सॉरी %f आएगा बिकॉज फ्लोट है ना अपना ये, तो ये गलती सी एक। ठीक है, उस तो बाद बी दे विच असीं की किया होया है a मल्टीप्लाई बाय 3 printf %f b। देखो मैनू तो इस प्रोग्राम दे विच कोई मिसटेक नहीं लग रही। ठीक है, फ्लोट आपां नूं ए भी देता printf एंटर वैल्यू ऑफ ए स्कैनफ ए दी वैल्यू ले लांगे। स्कैनफ फंक्शन की है साडा एक इनपुट फंक्शन है। ਜਦੋਂ ਅਸੀਂ वैल्यू वेरीएबल ਦੀ प्रोग्राम तो स्टार्टिंग चो नहीं देंगे, ਅਸੀਂ ਚਾਹੁੰਦੇ ਹਾਂ कि ਅਸੀਂ ਇਹਨੂੰ एग्जीक्यूशन टाइम वैल्यू दईए अपने ए दी वैल्यू एनी वैल्यू भी असी चेंज करके देनी है। तो असी स्कैनर फंक्शन लगा लें, कोई फिक्स वैल्यू नहीं देनी, असी चेंज करके ही देनी चाहते हैं। एवरी टाइम जो असी प्रोग्राम रन करना चाहते हैं तो असी एक इनपुट फंक्शन स्कैनफ लगाने तो असी क्या कि ए नू वैल्यू मिल जाए, ए नू जिहड़ी वैल्यू हैगी है मान लो आप 5 एंटर करवाती। ठीक है, बीच की होया ए मल्टीप्लाई बाय 3 ए दी वैल्यू कितनी सी 5 इंटू 3 कितना हो गया 15। तो बी दे विच कितना प्रिंट होएगा 15। दैट इज़ आवर आंसर विल बी ए दी वैल्यू 5 आएगी तो बी दी वैल्यू कितनी आएगी 15। ओके बेटा। सेकेंड पार्ट दा लास्ट क्वेश्चन है अपना इंट x इज इक्वल टू 3 n इज इक्वल टू 4। ये हम तुसी गलती देखो की है x इज इक्वल टू प्लस प्लस n printf x x इज इक्वल टू x प्लस प्लस printf %dx। ये कंसैप्ट तुसी ध्यान नाल समझना है। वैसे 4th लैसन दे विच अपना ऑपरेटर्स ते एक्सप्रैशनस वाला चैप्टर आएगा, उहदे विच तुहाडी इंक्रीमेंट डिक्रीमेंट ऑपरेटर आप डिटेल च पढ़ने हैं। तो सब तो पहले अपने को एक्स ते एन 2 वेरीएबल दिते हुए हैं। इत्थे सैमीकोलन पाता, इत्थे कदे भी सैमीकोलन नहीं आएगा, इत्थे कॉमा आएगा।
ਸੈਮੀਕੋਲਨ ਦਾ ਮਤਲਬ ਹੁੰਦਾ ਕਿ ਸਾਡੀ ਲਾਈਨ ਇੱਥੇ ਖਤਮ ਹੋ ਗਈ। ਜੇ ਅਸੀਂ ਇੱਥੇ ਸੈਮੀਕੋਲਨ ਪਾ ਦਿੰਦੇ ਹਾਂ ਤਾਂ n = 4 ਇਹ ਰੀਡ ਹੀ ਨਹੀਂ ਕਰੇਗਾ ਕੰਪਾਈਲਰ। ਓਕੇ, ਤਾਂ x = 3, n = 4। ਧਿਆਨ ਨਾਲ ਸੁਣੋ ਬੱਚੇ। ਤਾਂ ਹੁਣ x ਦੀ ਵੈਲਿਊ ਤੁਸੀਂ ਕਹੋਗੇ ਕਿ ਇੱਥੇ ਤਾਂ ਅੱਗੇ ++ ਲਗਾਤਾ, ਇੱਥੇ ਪਿੱਛੇ ਤੋਂ ਨਾ ਫਰਕ ਕੀ ਹੈ? ਜਦੋਂ ਅਸੀਂ ਕਿਸੇ ਵੇਰੀਏਬਲ ਜਾਂ ਕਿਸੇ ਵੈਲਿਊ ਦੇ ਅੱਗੇ ++ ਆਪਰੇਟਰ ਲਗਾ ਦਿੰਦੇ ਆ, ਇਹਨੂੰ ਅਸੀਂ ਇਨਕਰੀਮੈਂਟ ਆਪਰੇਟਰ ਕਹਿੰਦੇ ਆ। ਜਦੋਂ ਪਹਿਲਾਂ ਲੱਗਿਆ ਹੋਵੇ ਤਾਂ ਪ੍ਰੀ ਇਨਕਰੀਮੈਂਟ ਆਪਰੇਟਰ, ਜਦੋਂ ਕਿਸੇ ਵੇਰੀਏਬਲ ਤੋਂ ਪਿੱਛੋਂ ਲੱਗਿਆ ਹੋਵੇ ਤਾਂ ਪੋਸਟ ਇਨਕਰੀਮੈਂਟ ਆਪਰੇਟਰ। ਇਨਕਰੀਮੈਂਟ ਆਪਰੇਟਰ ਕੀ ਕਰਦਾ ਹੈ? ਵੇਰੀਏਬਲ ਦੀ ਜਿੰਨੀ ਵੀ ਵੈਲਿਊ ਹੋਊਗੀ ਉਹਦੇ ਵਿੱਚ ਇੱਕ ਐਡ ਕਰ ਦੂਗਾ। ਠੀਕ ਹੈ, ਪਰ ਕਿਵੇਂ ਐਡ ਕਰਨਾ ਹੈ? ਜਿਵੇਂ ਸਾਡੇ ਕੋਲ ++n ਹੈ, ਹੁਣ ਤੁਸੀਂ ਦੇਖੋ x ਦੇ ਵਿੱਚ ਕੀ ਹੋ ਜੇ, x ਦੀ ਵੈਲਿਊ ਕੀ ਬਣ ਜੇ ਕਿ ਜੋ n ਦੀ ਵੈਲਿਊ ਸੀ ਉਹਦੇ ਵਿੱਚ ਇੱਕ ਐਡ ਹੋ ਜੇ। n ਦੀ ਵੈਲਿਊ ਕਿੰਨੀ ਸੀ? 4, ਤਾਂ n ਦੀ ਵੈਲਿਊ ਕਿੰਨੀ ਹੋਗੀ? 5, ਤੇ ਇੱਧਰੋਂ x ਦੀ ਵੈਲਿਊ ਹੁਣ ਕਿੰਨੀ ਹੋ ਜੂਗੀ? 5। x ਦੀ ਵੀ ਵੈਲਿਊ 5 ਹੋਗੀ ਤੇ n ਦੀ ਵੀ ਵੈਲਿਊ ਕਿੰਨੀ ਹੋਗੀ? 5 ਹੋਗੀ ਸਾਡੇ ਕੋਲ। ਠੀਕ ਹੈ, ਤੇ ਜੇ ਅਸੀਂ ਪ੍ਰਿੰਟ ਕਰਵਾਉਂਦੇ ਹਾਂ x ਨੂੰ ਤਾਂ 5 ਹੀ ਪ੍ਰਿੰਟ ਹੋਊਗੀ, ਪਰ n 'ਚ ਮੈਮਰੀ 'ਚ ਵੈਲਿਊ ਕਿੰਨੀ ਪਈ ਹੈ ਆਪਣੇ ਕੋਲੇ? 5। ਠੀਕ ਹੈ, ਹੁਣ ਦੇਖੋ x = x++। x = x++ ਦਾ ਕੀ ਮਤਲਬ ਹੈ ਕਿ ਜੋ x ਦੀ ਵੈਲਿਊ ਹੈਗੀ ਹੈ ਮੈਮਰੀ ਦੇ ਵਿੱਚ ਉਹ ਉਵੇਂ ਰਹਿਣ ਦਿਓ ਤੇ ਉਹਨੂੰ ਪ੍ਰਿੰਟ ਕਰਾ ਦਿਓ। ਤਾਂ x ਦੀ ਵੈਲਿਊ ਕਿੰਨੀ ਹੈ ਮੈਮਰੀ ਦੇ ਵਿੱਚ? 5। ਠੀਕ ਹੈ, ਉਹਨੂੰ ਅਸੀਂ ਪ੍ਰਿੰਟ ਕਰਵਾਤਾ ਤੇ ਮੈਮਰੀ ਦੇ ਵਿੱਚ ਬਾਅਦ 'ਚ ਵੈਲਿਊ ਵੱਧ ਜੇ। ਮੈਮਰੀ 'ਚ ਬਾਅਦ 'ਚ ਜਦੋਂ ਵੈਲਿਊ ਵਧੂਗੀ ਤਾਂ ਮੈਮਰੀ ਦੇ ਵਿੱਚ x ਦੀ ਵੈਲਿਊ ਕਿੰਨੀ ਹੋ ਜੂਗੀ? 6। ਤਾਂ ਸਾਡੇ ਕੋਲ ਪ੍ਰਿੰਟ ਵੈਲਿਊ ਕਿੰਨੀ ਆਏਗੀ? 5। ਠੀਕ ਹੈ, ਇਟ ਇਜ਼ ਆਵਰ ਕਰੈਕਟ ਆਨਸਰ। ਠੀਕ ਹੈ ਰਾਜੇ, ਤਾਂ ਇਹ ਜਿਹੜਾ ਸੀਗਾ ਆਪਣੇ ਕੋਲ ਕਨਸੈਪਟ ਸਾਡਾ ਪੁਆਇੰਟ ਨੰਬਰ 2, ਪਾਰਟ ਨੰਬਰ 2 ਦੇ ਆਪਣੇ ਕੋਲ 10 ਕੁਐਸਚਨ ਸੀ, ਆਪਾਂ ਡਿਟੇਲ ਦੇ ਵਿੱਚ ਡਿਸਕਸ ਕੀਤੇ। ਹੋਪ ਹੈ ਬੱਚਿਓ ਤੁਹਾਨੂੰ ਮੇਰੇ ਇਹ ਕਨਸੈਪਟ ਚੰਗੀ ਤਰ੍ਹਾਂ ਸਮਝ ਆ ਗਏ ਹੋਣੇ। ਐਕਸਰਸਾਈਜ਼ ਨੂੰ ਤੁਸੀਂ ਆਪ ਵੀ ਸੋਲਵ ਕਰਕੇ ਦੇਖਣਾ ਵਾਰੀ-ਵਾਰੀ, ਕਿਉਂਕਿ ਇਹ ਛੋਟੇ-ਛੋਟੇ ਪ੍ਰੋਗਰਾਮ ਜਿੰਨੀ ਜ਼ਿਆਦਾ ਤੁਸੀਂ ਪ੍ਰੈਕਟਿਸ ਕਰੋਗੇ ਉਨਾ ਹੀ ਜ਼ਿਆਦਾ ਤੁਹਾਨੂੰ ਇਹਨਾਂ ਬਾਰੇ ਪਤਾ ਚੱਲੇਗਾ, ਇੰਨੇ ਆਪਰੇਟਰਸ ਬਾਰੇ ਤੁਹਾਨੂੰ ਪੂਰੀ ਨੌਲੇਜ ਹੋ ਜਾਣੀ ਹੈ। ਤਾਂ ਇਸ ਤੋਂ ਜਿਹੜਾ ਅਗਲਾ ਸੈਸ਼ਨ ਹੋਏਗਾ ਉਹਦੇ ਵਿੱਚ ਮੈਂ ਇਹਦੇ ਜਿਹੜੇ ਰਿਮੇਨਿੰਗ ਪਾਰਟਸ ਰਹਿ ਗਏ, ਪਾਰਟ ਨੰਬਰ 3, ਪਾਰਟ ਨੰਬਰ 4 ਉਹ ਡਿਟੇਲ 'ਚ ਡਿਸਕਸ ਕਰੂੰਗੀ। ਹੋਪ ਹੈ ਕਿ ਤੁਹਾਨੂੰ ਮੇਰਾ ਲੈਕਚਰ ਅੱਜ ਵਧੀਆ ਲੱਗਿਆ ਹੋਣਾ ਹੈ। ਥੈਂਕ ਯੂ ਬੱਚਿਓ, ਬਾਏ ਬਾਏ, ਟੇਕ ਕੇਅਰ।